ਪਹਿਲਾ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਉ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਉ ਜੀਅੜਾ ਵਿਲ ਲਾਏ। ਸਿਰਜ ਸਵਾਰੇ ਸਾਚਾ ਸੋਏ, ਤਿਸ ਬਿਸਰਿਆ ਚੰਗਾ ਕਿਉ ਹੋਏ। ਹਿਕਮਤ ਹੁਕਮ ਨਾ ਪਾਇਆ ਜਾਏ, ਕਿਉਂ ਕਰ ਸਾਚ ਮਿਲਾਓ ਮੇਰੀ ਮਾਏ। ਰਹਾਓ ਵਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ। ਲੋਕ ਪਤੀਣੈ ਨਾ ਪਤ ਹੋਏ, ਤਾਂ ਪਤ ਰਹੈ ਰਾਖੇ ਜਾਂ ਸੋਏ। ਜੈ ਦਿਖਾ ਤੈ ਰਹਿਆ ਸਮਾਏ, ਤੁਧ ਬਿਨ ਦੂਜੀ ਨਾਹੀਂ ਜਾਏ। ਜੇ ਕੋ ਕਰੇ ਕੀਤੇ ਕਿਆ ਹੋਏ, ਜਿਸਨੂੰ ਬਖਸ਼ੇ ਸਾਚਾ ਸੋਏ। ਹੁਣ ਉੱਠ ਚੱਲਣਾ ਮੋਹਤ ਕੇ ਤਾਲ, ਕਿਆ ਮੂੰਹ ਦੇਸਾ ਗੁਣ ਨਹੀਂ ਨਾਲ। ਜੈਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ। ਜੈਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਅਤੇ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਅਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਮਹੱਲਾ ਪਹਿਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੈ। ਘਰ ਦੂਜਾ। ਦੂਸਰੇ ਘਰ ਵਿੱਚ ਗਾਇਨ ਕਰਨ ਦਾ ਉਪਦੇਸ਼ ਹੈ। ਪਹਿਲੋਂ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੱਬ ਇੱਕ ਹੈ, ਓਮ ਪ੍ਰਕਾਸ਼ਕ ਹੈ, ਕਾਰ ਇੱਕ ਰਸ ਹੈ। ਸਾਰੇ ਸੰਸਾਰ 'ਤੇ ਉਸੇ ਦਾ ਹੀ ਹੁਕਮ ਹੈ। ਉਹ ਸੱਤ ਹੈ, ਉਸ ਦਾ ਗਿਆਨ ਸੱਤ ਹੈ ਅਤੇ ਉਹਦੀ ਕਿਰਪਾ ਦੇ ਨਾਲ ਹੀ ਉਹਦਾ ਜਿਹੜਾ ਗਿਆਨ ਹੈ ਉਹ ਪ੍ਰਾਪਤ ਹੁੰਦਾ ਹੈ। ਇਸ ਸੰਸਾਰ ਦੇ ਵਿੱਚ ਉਹਦੀ ਕਿਰਪਾ ਤੋਂ ਕੁਝ ਵੀ ਨਹੀਂ ਹੈ। ਸਭ ਕੁਝ ਉਸਦੀ ਕਿਰਪਾ ਦੇ ਨਾਲ, ਉਹਦੀ ਕਿਰਪਾ ਦੇ ਨਾਲ ਹੀ ਦੇਹੀ ਪ੍ਰਾਪਤ ਹੋਈ ਹੈ, ਸਾਹ ਚੱਲ ਰਹੇ ਨੇ। ਉਹਦੀ ਕਿਰਪਾ ਦੇ ਨਾਲ ਹੀ ਸਾਨੂੰ ਰਿਜ਼ਕ ਪ੍ਰਾਪਤ ਹੋ ਰਿਹਾ ਹੈ। ਉਹਦੀ ਕਿਰਪਾ ਦੇ ਨਾਲ ਹੀ ਸੋ ਜਦੋਂ ਆਪਾਂ ਦੁਖੀ ਹੁੰਦੇ ਹਾਂ ਅਤੇ ਸਾਨੂੰ ਮੱਤ ਮਿਲਦੀ ਹੈ ਵੀ ਬੇਨਤੀ ਅਰਦਾਸ ਕਰੀਏ ਅਤੇ ਉਹ ਦੁੱਖ ਦੂਰ ਹੁੰਦੇ ਨੇ। ਦੁੱਖ ਸਾਡੇ ਸੁਣਦਾ ਹੈ। ਸੋ ਉਹਦੀ ਕਿਰਪਾ ਦੇ ਨਾਲ ਹੀ ਵੈਰੀ ਸੱਜਣ ਬਣ ਜਾਂਦੇ ਹਨ, ਬੇਗਾਨੇ ਆਪਣੇ ਬਣ ਜਾਂਦੇ ਹਨ। ਉਹਦੀ ਕਿਰਪਾ ਦੇ ਨਾਲ ਹਾਰੀ ਹੋਈ ਬਾਜੀ ਜਿੱਤੀ ਜਾਂਦੀ, ਲੇਖੇ ਖਤਮ ਹੁੰਦੇ ਨੇ। ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਹਦੀ ਕਿਰਪਾ ਹੈ। ਮਹਾਰਾਜ ਕਹਿੰਦੇ ਤੁਮਰੀ ਕਿਰਪਾ 'ਤੇ ਜਪੀਐ ਨਾਮ। ਉਹਦੀ ਕਿਰਪਾ ਹੈ ਤਾਂ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਸੰਗਤ ਕਰਾਂਗੇ। ਉਹਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੈ ਜੀ। ਹੁਣ ਗੁਰੂ ਕਿਰਪਾ ਕਰਦੇ ਨੇ, ਉਪਦੇਸ਼ ਦੇ ਰਹੇ ਨੇ, ਆਪ ਸਮਝੀਏ। ਕਿਉ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਉ ਜੀਅੜਾ ਬਿਲ ਲਾਏ। ਹਿਰਦਾ ਤਪਦਾ, ਦਿਨ ਰਾਤ ਤਪਦਾ, ਅੰਦਰੋਂ ਜੀਉ ਤਪਤ ਹੈ ਬਾਰੋ ਬਾਰ। ਤਪ ਤਪ ਖਪੈ ਬਹੁਤ ਬੇਕਾਰ। ਐਵੇਂ ਬਿਨਾਂ ਮਤਲਬ ਤੋਂ ਹੀ ਤਪਦਾ ਰਹਿੰਦਾ। ਜਦ ਮਹਾਰਾਜ ਕਹਿੰਦੇ ਹੈ ਵੀ ਬਾਣੀ ਨਾ ਵਿਸਾਰ,
ਬਾਣੀ ਨਾ ਵਿਸਾਰ, ਬਾਣੀ ਵਿਸਾਰੇਗਾ ਤਾਂ ਤਪੇਗਾ। ਬਾਣੀ ਨੂੰ ਯਾਦ ਕਰੇਗਾ, ਬਾਣੀ ਜਪੇਗਾ, ਵਿਚਾਰੇਗਾ, ਪੜ੍ਹੇਗਾ, ਸ਼ੀਤਲ ਹੋਵੇਗਾ। ਫਿਰ ਤਾਂ ਵਿਕਾਰ ਦਾ ਹੀ ਤਪਣਾ, ਫਿਰ ਤਾਂ ਵਿਕਾਰ ਦਾ ਹੀ ਤਪਣਾ ਨਾ। ਤਪ ਤਪ ਹੈ ਬਹੁਤ ਬੇਕਾਰ ਕਹਿੰਦੇ। ਹੁਣ ਕਿਵੇਂ ਸਿਮਰੀਏ? ਸਾਨੂੰ ਸਿਮਰਨਾ ਹੀ ਨਹੀਂ ਆਉਂਦਾ ਹੈ, ਸਿਮਰਿਆ ਨਹੀਂ ਜਾਏ। ਕਿੱਦਾਂ ਉਹਨੂੰ ਯਾਦ ਕਰੀਏ, ਕਿੱਦਾਂ ਬਾਣੀ ਪੜ੍ਹੀਏ? ਮਾਹੌਲ ਹੀ ਨਹੀਂ ਬਣਦਾ, ਮਨ ਆਲਸ ਕਰ ਜਾਂਦਾ। ਕੋਈ ਐਸੇ ਸੰਸਾਰਕ ਕੰਮ ਨੇ ਜਿਨ੍ਹਾਂ ਕਰਕੇ ਫੇਰ ਹੀ ਰਹਿ ਜਾਂਦਾ। ਸੋ ਕੋਈ ਨਾ ਕੋਈ ਵਿਘਨ ਪੈ ਹੀ ਜਾਂਦਾ। ਫਿਰ ਉਹਨੂੰ ਸਿਮਰਨ ਕਰਨ ਦਾ ਜਾਂ ਉਹਦੀ ਬਾਣੀ ਪੜ੍ਹਨ ਦਾ ਕੋਈ ਖਾਸ ਢੰਗ ਤਰੀਕਾ, ਕੋਈ ਦਿਨ ਥਿਤ ਵਾਰ ਘੜੀ ਮਹੂਰਤ ਕੋਈ ਹੋਵੇ। ਸੋ ਨਾ ਭਾਈ ਕੋਈ ਦਿਨ, ਨਾ ਘੜੀ, ਨਾ ਥਿਤ, ਨਾ ਵਾਰ। ਸਾ ਰੁੱਤ ਸੁਹਾਵੀ। ਸੋ ਉਹੀ ਰੁੱਤ ਸੋਭਨੀਕ ਹੋ ਜਾਂਦੀ ਜੇ ਤੁਧੇ ਤੁਝੇ ਸੰਭਾਲੀ। ਜਦੋਂ ਉਹਨੂੰ ਚੇਤੇ ਕਰਦਾ ਨਾ, ਉਹੀ ਗ੍ਰਹਿ ਨਛੱਤਰ ਸਾਰੇ ਵੱਲ ਹੋ ਜਾਂਦੇ ਨੇ, ਸਾਰੇ ਠੀਕ ਹੋ ਜਾਂਦੇ ਜਦੋਂ ਉਹਨੂੰ ਚੇਤੇ ਕਰਦਾ। ਉਹੀ ਰੁੱਤ ਸੋਭਨੀਕ ਹੋ ਜਾਂਦੀ ਹੈ। ਪਰ ਸਵਾਲ ਤਾਂ ਉੱਠਦਾ ਨਾ, ਕਿਉਂ ਸਿਮਰੀ ਸਿਮਰਿਆ ਨਹੀਂ ਜਾਏ? ਹੁਣ ਸਾਰਿਆਂ ਦੇ ਅੰਦਰ ਇਹ ਵੱਖਰਾ ਵੱਖਰਾ ਸਿਸਟਮ ਚੱਲਣਾ। ਕਿਸੇ ਦੀ ਕੋਈ ਪ੍ਰੋਬਲਮ ਹੈ, ਕਿਸੇ ਦੀ ਕੋਈ ਪ੍ਰੋਬਲਮ ਹੈ। ਕੋਈ ਕੰਮ ਕਰ ਕਰਕੇ ਨਹੀਂ ਬਾਣੀ ਪੜ੍ਹ ਸਕਦਾ, ਕੰਮਾਂ ਦਾ ਬੋਝ ਬੜਾ ਹੈ। ਕਈਆਂ ਨੂੰ ਆਲਸ ਬੜਾ ਆ, ਕਈਆਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ, ਕਈਆਂ ਦੇ ਘਰਾਂ 'ਚ ਮਾਹੌਲ ਨਹੀਂ ਹੈ। ਸੋ ਸਾਰਿਆਂ ਦੇ ਆਪੋ ਆਪਣੇ ਸਿਸਟਮ। ਕਿਉਂ ਸਿਵਰੀ ਸਿਵਰਿਆ ਨਹੀਂ ਜਾਏ? ਹੁਣ ਜਦੋਂ ਸਿਵਰਿਆ ਨਹੀਂ ਜਾਂਦਾ, ਇਹਦਾ ਹੁਣ ਫਲ ਤਾਂ ਭੁਗਣਾ ਪੈਣਾ। ਉਹ ਕਿਹੜਾ ਕਹਿੰਦੇ ਤਪੈ ਹਿਆਓ ਜੀੜਾ ਬਿਲ ਲਾਏ। ਬਿਲਕਦਾ ਅੰਦਰੋਂ ਜੀ ਜਿਹੜਾ ਹੈ, ਬਿਲਕਦਾ ਤਪਦਾ ਹੈ। ਕਿਉਂ? ਕਾਰਨ ਕੀ ਹੋਇਆ? ਕਹਿੰਦੇ ਬਾਣੀ ਵਿਸਰ ਗਈ ਵੀ ਇਸੇ ਕਰਕੇ। ਸਿਰ ਜਿਸ ਵਾਰੇ ਸਾਚਾ ਸੋਏ, ਤਿਸ ਵਿਸਰਿਆ ਚੰਗਾ ਕਿਉ ਹੋਏ। ਘੱਟੋ ਘੱਟ ਇੰਨਾ ਤਾਂ ਯਾਦ ਕਰ ਲਿਆ ਕਰ, ਜਿਹਨੇ ਸਿਰਜਿਆ, ਜਿਹਨੇ ਸਾਡੀ ਬਣਤਰ ਬਣਾਈ ਹੈ। ਪਰਮੇਸ਼ਰ ਬਣਤ ਬਣਾਈ, ਸਾਰੇ ਸੰਸਾਰ ਦੀ ਬਣਤਰ ਉਹਦੀ ਬਣੀ ਹੋਈ ਹੈ। ਸਾਰੇ ਸੰਸਾਰ ਨੂੰ ਉਸੇ ਨੇ ਸਿਰਜਿਆ ਹੋਇਆ। ਮੈਨੂੰ ਸਿਰਜਿਆ, ਮੇਰੇ ਪਰਿਵਾਰ ਨੂੰ ਸਿਰਜਿਆ ਹੈ। ਸੋ ਜੇ ਮੈਨੂੰ ਸਿਰਜਿਆ, ਪਰਿਵਾਰ ਨਾ ਸਿਰਜਦਾ, ਮੈਂ ਅਨਾਥ ਹੋਣਾ ਸੀ। ਸੋ ਪਰਿਵਾਰ ਦਾ ਜੇ ਨਾ ਆਪਸ ਵਿੱਚ ਮੋਹ ਹੋਵੇ ਤੇ ਸੋ ਬੱਚਾ ਨਹੀਂ ਪਲਦਾ। ਇਹ ਸਿਸਟਮ ਹੀ ਸਾਰਾ ਖਰਾਬ ਹੋ ਜਾਂਦਾ ਹੈ। ਇਸ ਕਰਕੇ ਵੀ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਮੋਹ ਮੀਠਾ ਲਾਇਆ, ਤਦੇ ਪਰਿਵਾਰ ਪਲਦੇ ਨੇ। ਮੋਹ ਲਾਇਆ ਕਰਕੇ, ਮੋਹ ਵੀ ਉਹਦਾ ਲਾਇਆ ਹੋਇਆ ਹੈ। ਸੋ ਇਹਦੇ ਵਿੱਚ ਨਿਰਲੇਪ ਰਹਿਣਾ, ਬਸ ਇਹਦੇ ਵਿੱਚ ਮੋਹ ਦੇ ਵਿੱਚ ਰਹਿ ਕੇ ਨਿਰਮੋਹ ਹੋ ਕਰਕੇ ਰਹਿਣਾ, ਨਿਰਲੇਪ ਹੋ ਕਰਕੇ ਰਹਿਣਾ। ਇਹਦਾ ਜਿੰਨਾ ਕੰਮ ਹੈ, ਮੋਹ ਦਾ ਜਿੰਨਾ ਕੰਮ ਹੈ ਓਨਾ ਕਰਨਾ, ਉਦੋਂ ਵੱਧ ਨਹੀਂ। ਜਿਹੜੀ ਬਹੁਤਾਤ ਹੈ ਹਰ ਇੱਕ ਚੀਜ਼ ਦੀ ਮਾੜੀ ਹੈ ਸੰਸਾਰ ਦੇ ਵਿੱਚ, ਖਾਣ ਦੀ, ਪੀਣ ਦੀ। ਸੋ ਹਰ ਇੱਕ ਚੀਜ਼ ਜੋ ਵੀ ਹੈ, ਬਹੁਤੀ ਮਾਇਆ, ਬਹੁਤੀ ਜਾਇਦਾਦ, ਬਹੁਤਾ ਮਾਣ, ਬਹੁਤਾ ਖਾਣਾ ਪੀਣਾ ਸਭ ਮਾੜਾ, ਬਹੁਤਾ ਸੌਣਾ ਮਾੜਾ। ਸੋ ਜੇ ਸੰਸਾਰ ਵਿੱਚ ਬਹੁਤਾ ਚੰਗਾ ਜਿਹੜਾ ਇੱਕੋ ਹੀ ਚੀਜ਼ ਹੈ, ਉਹ ਹੈ ਨਾਮ, ਬਾਣੀ। ਇਹਦੀ ਬਹੁਤਾਤ ਨਹੀਂ ਮਾੜੀ। ਜਿੰਨੀ ਕੋਈ ਬਾਣੀ ਪੜ੍ਹਦਾ, ਜਦੋਂ ਬਾਣੀ ਅੰਦਰ ਜਾਂਦੀ ਹੈ, ਜਿੰਨੀ ਕੋਈ ਬਾਣੀ ਪੜ੍ਹਦਾ ਉਨੀ ਭੁੱਖ ਵੱਧਦੀ, ਉਹਦਾ ਹਾਜ਼ਮਾ ਉਨਾ ਠੀਕ ਹੁੰਦਾ ਹੈ। ਦਿਨ ਰਾਤ ਬਾਣੀ ਪੜ੍ਹਨੀ ਚਾਹੁੰਦਾ, ਸੁਣਨੀ ਚਾਹੁੰਦਾ, ਇਹ ਥੱਕਦਾ ਨਹੀਂ, ਅੱਕਦਾ ਨਹੀਂ ਹੈ, ਇਹ ਰੱਜਦਾ ਨਹੀਂ ਹੈ। ਬਾਣੀ ਨਾਲ ਨਹੀਂ ਰੱਜ ਸਕਦਾ। ਹਾਂ, ਬਾਣੀ ਐਸੀ ਹੈ ਜਿਹੜੀ ਬਾਕੀ ਸਾਰੇ ਪਾਸੇ ਤੇ ਰਜਾਉਂਦੀ ਹੈ, ਬਾਕੀ ਸਾਰੀਆਂ ਭੁੱਖਾਂ ਸਭ ਗਵਾਈਆਂ, ਪਰ ਬਾਣੀ ਦੇ ਨਾਲ ਨਹੀਂ ਫਿਰ ਰੱਜ ਹੁੰਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹਨੇ ਭਾਈ ਸਿਰਜਿਆ ਤੈਨੂੰ, ਕਹਿੰਦੇ ਨਾ ਕਿਉਂ ਸਿਮਰੀ ਸਿਮਰਿਆ ਨਹੀਂ ਜਾਏ? ਜਿਹਨੇ ਤੈਨੂੰ ਸਿਰਜਿਆ, ਉਹਨੂੰ ਇੰਝ ਸਮਝ ਕੇ ਮੈਨੂੰ ਬਣਾਉਣੇ ਵਾਲਾ ਉਹ ਹੈ, ਉਹਦੀ ਯਾਦ ਵਿੱਚ ਹੀ ਘੜੀ ਬਹਿ ਲਿਆ ਕਰ। ਸਰੀਰ ਦਾ ਕੋਈ ਅੰਗ ਟੁੱਟ ਜਾਵੇ, ਉਦੋਂ ਵੀ ਤਾਂ ਬੰਦਾ ਪਲਾਸਟਰ ਲਾ ਕੇ ਬਹਿ ਹੀ ਜਾਂਦਾ ਹੈ, ਅਤੇ ਫਿਰ ਵੀ ਉਹ ਚੀਜ਼ ਨਹੀਂ ਬਣਦੀ। ਜਿਹਨੇ ਆਹ ਗੱਢ ਦਿੱਤਾ ਸਰੀਰ ਬਿਨਾਂ ਸੂਈ ਦੇ, ਬਿਨਾਂ ਧਾਗੇ ਦੇ, ਕਿੱਦਾਂ ਜੋੜ ਬਣਾ ਦਿੱਤੇ, ਨਾ ਕੋਈ ਕਿੱਲ ਠੋਕਿਆ, ਨਾ ਕੋਈ ਧਾਗਾ, ਨਾ ਕੋਈ ਸੂਈ, ਇਹ ਗੰਢ ਦਿੱਤਾ। ਅਤੇ ਉਹਨੂੰ ਉਹਦੀ ਯਾਦ ਵਿੱਚ ਘੜੀ ਬਹਿ ਲਿਆ ਕਰ। ਕਹਿੰਦੇ
ਜਿਹਨੇ ਸਿਰਜਿਆ, ਕਹਿੰਦੇ ਸਿਰਜ ਸਵਾਰਿਆ, ਸਿਰਜ ਕੇ ਸਵਾਰਿਆ ਸਾਚਾ ਸੋਏ। ਸੋ ਉਹਨੂੰ ਇਸ ਤਰੀਕੇ ਦੇ ਨਾਲ ਯਾਦ ਕਰਿਆ ਕਰ। ਕਹਿੰਦੇ ਤਿਸ ਵਿਸਰਿਆ ਚੰਗਾ ਕਿਉਂ ਹੋਏ। ਚੰਗਾ ਨਹੀਂ ਹੋਵੇਗਾ, ਕੁਝ ਵੀ ਚੰਗਾ ਨਹੀਂ ਹੁੰਦਾ। ਉਹਨੂੰ ਭੁਲਾਉਣ ਦੇ ਨਾਲ, ਉਹਨੂੰ ਵਿਸਾਰਨ ਦੇ ਨਾਲ ਕੁਝ ਵੀ ਨਹੀਂ ਚੰਗਾ ਹੁੰਦਾ। ਕਹਿੰਦੇ ਨਾ ਪਰਮਾਰਥ ਨਾ ਸੰਸਾਰ, ਨਾ ਪਰਮਾਰਥ ਨਾ ਸੰਸਾਰ। ਪਰਮਾਰਥ ਇਸ, ਹੁਣ ਜੇ ਬਾਣੀ ਪੜ੍ਹਨੀ ਛੱਡ ਦੋ, ਮਨ ਲੱਗੇ ਚਾਹ ਨਾ ਲੱਗੇ, ਬਾਣੀ ਨਾ ਪੜ੍ਹਨੀ ਛੱਡੇ, ਫਿਰ ਆਪੇ ਚੰਗਾ ਹੋ ਜਾਂਦਾ। ਬਾਣੀ ਪੜ੍ਹਦਾ ਆਸ ਰੱਖੇ ਵੀ ਕਦੀ ਨਾ ਕਦੀ ਨਾ ਮਨ ਲੱਗੂਗਾ। ਜਦੋਂ ਮਨ ਲੱਗਣਾ ਸ਼ੁਰੂ ਹੋ ਗਿਆ, ਚੰਗਾ ਹੋ ਗਿਆ। ਸੁਰਤੀ ਬਿਰਤੀ, ਸੁਰਤ ਮਤ, ਮਨ ਬੁੱਧ ਜਦੋਂ ਘਟ ਗਿਆ, ਚੰਗਾ ਹੋ ਗਿਆ। ਸੋ ਜਿੰਨਾ ਚਿਰ ਨਹੀਂ ਘੜੇਗਾ, ਬਾਣੀ ਥੋੜ੍ਹੀ ਛੱਡ ਦੇਣੀ ਹੈ। ਤਿਸ ਵਿਸਰੀਏ ਚੰਗਾ ਕਿਉਂ ਹੋਏ। ਕਹਿੰਦੇ ਇੱਦਾਂ ਹੀ ਸੰਸਾਰ ਦੇ ਕੰਮ ਕਾਰ, ਪਰਿਵਾਰ ਵਾਸਤੇ ਬਾਣੀ ਬੜੀ ਜ਼ਰੂਰੀ ਹੈ। ਸਾਰੇ ਪਰਿਵਾਰ ਵਾਸਤੇ ਜੇ ਚਾਹੁੰਦਾ ਤੂੰ ਵੀ ਸੁਖੀ ਵਸੈ ਮੋਰੋ ਪਰਿਵਾਰਾ, ਜੇ ਤੂੰ ਚਾਹੁੰਦਾ ਮੇਰਾ ਪਰਿਵਾਰ ਸੁਖੀ ਵਸੇ, ਤੇ ਬਾਣੀ ਨਾ ਛੱਡੀ ਕਦੀ। ਉਹਨੂੰ ਵਿਸਰਿਆ ਚੰਗਾ ਨਹੀਂ ਹੋਵੇਗਾ। ਕਹਿੰਦੇ ਹਿਕਮਤ ਹੁਕਮ ਨ ਪਾਇਆ ਜਾਏ। ਇਸ ਸੰਸਾਰ ਦੇ ਵਿੱਚ ਸੋ ਜੋ ਵੀ ਤੂੰ ਪਾਉਣਾ, ਪ੍ਰਾਪਤ ਕਰਨਾ, ਤੇਰੇ ਕਰਮਾਂ ਅਨੁਸਾਰ ਤੈਨੂੰ ਸਾਰਾ ਕੁਛ ਮਿਲ ਹੀ ਜਾਣਾ। ਪਰ ਹੁਣ ਕਰਮਾਂ ਅਨੁਸਾਰ ਜੋ ਸਾਨੂੰ ਮਿਲਦਾ, ਜੇ ਤਾਂ ਸੁੱਖ ਹੈ ਫਿਰ ਤਾਂ ਆਰਾਮ ਨਾਲ ਬੈਠਾ, ਪਰ ਸੁੱਖ ਤਾਂ ਬਹੁਤਾਰ ਸੁੱਖ ਚਾਹੁੰਦਾ, ਹੋਰ ਮਿਲ ਜਾਵੇ, ਕਿੱਥੇ ਟਿੱਕੇ ਬਹਿੰਦਾ। ਜੇ ਦੁੱਖ ਹੈ ਤਾਂ ਫਿਰ ਤਾਂ ਬਹੁਤ ਹੀ ਵਿਲਕਦਾ, ਦੁੱਖ ਹੈ ਤਾਂ ਭੋਗਿਆ ਨਹੀਂ ਜਾਂਦਾ ਇਹਦੇ ਕੋਲੋਂ। ਹੁਣ ਦੁੱਖ ਹੈ ਤਾਂ ਸੁੱਖ ਪਾਉਣਾ ਚਾਹੁੰਦਾ, ਜੇ ਸੁੱਖ ਹੈ ਤਾਂ ਹੋਰ ਸੁੱਖ ਪਾਉਣਾ ਚਾਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਨਾ ਤਾਂ ਚਲਾਕੀਆਂ ਨਾਲ ਸੰਸਾਰ ਵਿੱਚ ਦਾਤਾਂ ਮਿਲਦੀਆਂ, ਹਿਕਮਤ ਜਿੰਨੀਆਂ ਮਰਜ਼ੀ ਚਲਾਕੀਆਂ ਕਰੀ ਜਾ, ਨਾ ਹੁਕਮ ਔਡਰ ਦੇ ਨਾਲ। ਅਸੀਂ ਦੋਨੇ ਕੰਮ ਗੁਰੂ ਦੇ ਨਾਲ ਕਰਦੇ ਹਾਂ, ਦੋਨੋਂ ਹੀ ਕੰਮ ਗੁਰੂ ਦੇ ਨਾਲ ਕਰਦੇ। ਹੱਥ ਜੋੜ ਕੇ ਔਡਰ ਹੈ ਵੀ ਆਈਓ ਚੀਜ਼ ਚਾਹੀਦੀ ਮੈਨੂੰ, ਇਹ ਔਡਰ ਹੈ, ਬੇਨਤੀ ਨਹੀਂ ਹੈ। ਬੇਨਤੀ ਤਾਂ ਇਹ ਹੈ ਜਿਉਂ ਭਾਵ ਹੈ ਤਿਉਂ ਰਾਖ ਲੈ, ਇਹਨੂੰ ਬੇਨਤੀ ਕਿਹਾ ਜਾਂਦਾ। ਵੀ ਮੈਨੂੰ ਨਹੀਂ ਪਤਾ, ਜਿਹਦਾ ਮਰਜ਼ੀ ਮੈਨੂੰ ਬਚਾ ਲੈ। ਅਤੇ ਜੇ ਮੈਂ ਕਹਿੰਦਾ ਵੀ ਨਹੀਂ ਮੈਂ ਇੱਦਾਂ ਹੀ ਬਚਦਾ ਅਤੇ ਆਹ ਕੰਮ ਹੋਣਾ ਚਾਹੀਦਾ, ਹੁਣ ਮੈਨੂੰ ਕੀ ਪਤਾ ਭਈ ਤੇਰਾ ਸਹੀ ਹੁੰਦਾ ਦੂਜੇ ਦਾ ਮਾੜਾ ਹੁੰਦਾ। ਰੱਬ ਤਾਂ, ਇਹ ਬਾਪ ਤਾਂ ਸਾਰਿਆਂ ਦਾ ਸਾਂਝਾ ਨਾ, ਇਹ ਥੋੜ੍ਹੀ ਵੀ ਤੇਰਾ ਚੰਗਾ ਕਰਕੇ ਦੂਜੇ ਦਾ ਮਾੜਾ ਕਰ ਦੂਗਾ। ਅਸੀਂ ਫਿਰ ਹੱਥ ਜੋੜ ਕੇ ਬੇਨਤੀ ਜਿਹੜੀ ਔਡਰ ਹੁੰਦਾ, ਇਹ ਹੁਕਮ ਹੁੰਦਾ। ਨਾ ਹਿਕਮਤ ਚਲਾਕੀਆਂ, ਨਾ ਹੁਕਮ ਔਡਰ ਦੇ ਨਾਲ ਸੰਸਾਰ ਵਿੱਚ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਹੁਣ ਰਹਿ ਗਈ ਗੱਲ ਸੱਚ ਨੂੰ ਮਿਲਣ ਦੀ। ਸੱਚ ਨੂੰ ਮਿਲਣਾ ਹੈ, ਉੱਥੇ ਤਾਂ ਬਿਲਕੁਲ ਨਹੀਂ ਇਹ ਚੀਜ਼ਾਂ ਪ੍ਰਵਾਨ, ਨਾ ਚਲਾਕੀਆਂ ਪ੍ਰਵਾਨ ਹੈ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਅਤੇ ਔਡਰ ਤੂੰ ਕੀ ਕਰ ਸਕਦਾ? ਔਡਰ ਜਿਹੜਾ ਚਾਕਰ ਹੁੰਦਾ, ਦਾਸ ਹੁੰਦਾ, ਗੋਲਾ ਹੁੰਦਾ, ਉਹਨੇ ਔਡਰ ਕੀ ਕਰਨਾ? ਨਾ ਔਡਰ ਨਾ ਚਲਾਕੀ, ਨਹੀਂ ਪਾਇਆ ਜਾਂਦਾ ਸੱਚ। ਕਿਉਂ ਕਰ ਸਾਚ ਮਿਲਾਓ ਮੇਰੀ ਮਾਏ। ਮਾਏ ਸ਼ਬਦ ਤੇ ਗੁਰੂ ਲਈ ਵਰਤਿਆ। ਮਾਏ ਗੁਰੂ, ਗੁਰਦੇਵ ਮਾਤਾ, ਗੁਰਦੇਵ ਪਿਤਾ, ਹੇ ਮੇਰੇ ਸਤਿਗੁਰੂ ਜੀ, ਸੋ ਦੱਸੋ ਮੈਂ ਸੱਚ ਨੂੰ ਕਿਵੇਂ ਪ੍ਰਾਪਤ ਹੋਵਾਂ, ਮੈਂ ਕਿਵੇਂ ਸੱਚ ਨੂੰ ਮਿਲਾਂ ਰਹਾਓ। ਵਖਰ ਨਾਮ ਦੇਖਣ ਕੋਈ ਜਾਏ। ਅਸਲ 'ਚ ਜਿਹੜਾ ਸੱਚਾ ਸੌਦਾ, ਵਖਰ ਵਪਾਰ, ਸੱਚਾ ਵਪਾਰ ਨਾਮ ਦਾ ਸੱਚਾ ਵਪਾਰ ਹੈ। ਸੱਚਾ ਸੌਦਾ ਨਾਮ ਦਾ ਹੈ। ਜਿਹੜੀ ਚੀਜ਼ ਆਪਾਂ ਖਰੀਦਣੀ ਹੁੰਦੀ ਆ, ਪਹਿਲਾਂ ਆਪਾਂ ਨੂੰ ਵੇਖਦੇ ਹਾਂ। ਕਿਸੇ ਨੇ ਮਕਾਨ ਲੈਣਾ, ਕਹਿੰਦੇ ਪਹਿਲਾਂ ਵੇਖ ਤਾਂ ਲਈਏ। ਗੱਡੀ ਲੈਣੀ, ਕਹਿਣਾ ਵੇਖ ਤਾਂ ਲਈਏ, ਦੇਖ ਤਾਂ ਲਈਏ। ਉਹਦਾ ਮਤਲਬ ਮਨ ਵਿੱਚ ਚਾਹਤ ਹੈ ਲੈਣ ਦੀ, ਤਦੇ ਦੇਖਣ ਜਾਂਦਾ ਵੀ ਖਰੀਦਣੀ ਆ, ਵੀ ਦੇਖ ਤਾਂ ਲਈਏ। ਹੁਣ ਸੁਣਿਆ ਤਾਂ ਹੈ ਰੱਬ ਦੇ ਸੰਬੰਧ ਵਿੱਚ, ਗੁਰੂ ਦੇ ਸੰਬੰਧ ਵਿੱਚ ਸੁਣਿਆ ਤਾਂ ਹੈ, ਖਰੀਦਣਾ ਹੈ ਨਹੀਂ ਕਿਸੇ ਨੇ ਨਾਮ, ਇਸ ਕਰਕੇ ਦੇਖਣ ਕੋਈ ਜਾਂਦਾ ਨਹੀਂ। ਦੇਖਣ ਦਿਸਣਾ ਤਾਂ ਅੰਦਰੋਂ ਹੀ ਆ ਸਿਸਟਮ ਸਾਰਾ। ਕੌਣ ਦੇਖਦਾ? ਬਾਹਰ ਸਾਰੇ ਦੇਖਦੇ ਨੇ, ਅੰਦਰ ਕੋਈ ਨਹੀਂ ਝਾਕਦਾ। ਬਹੁਤ ਘੱਟ ਨੇ, 100 ਦੇ ਵਿੱਚ ਕਿਤੇ 1% ਹੈ ਜਿਹੜੇ ਅੰਦਰ ਝਾਕਦੇ। ਸੋ ਉਹੀ ਉਹ ਦੇਖਦੇ ਨੇ ਜਿਸ ਨੇ ਖਰੀਦਣਾ ਹੁੰਦਾ। ਜਿਹਨੇ ਖਰੀਦਣਾ ਹੀ ਨਹੀਂ, ਉਹ ਕਿੱਥੇ ਦੇਖਦਾ?
ਉਹ ਨਹੀਂ ਵੇਖਦਾ। ਉਹਦਾ ਮਸਤ ਹੈ ਆਪਣੇ ਸੰਸਾਰ ਦੇ ਵਿੱਚ, ਖਾ ਲਿਆ ਪੀ ਲਿਆ ਖੇਡ ਲਿਆ ਕੰਮ ਕਾਰ ਕਰ ਲੈ, ਬਸ ਉਹ ਮਸਤ ਨਹੀਂ ਦੇਖਦਾ ਭਾਈ। ਸੋ ਅੰਦਰ ਝਾਕ ਤਾਂ ਸਹੀ। ਹੁਣ ਜਿਹੜਾ ਤਾਂ ਜਗਿਆਸੂ ਕਹਿੰਦਾ ਜੀ ਮੈਂ ਨਾਮ ਖਰੀਦਣਾ ਜਾਂ ਸ਼ੁਭ ਗੁਣ ਖਰੀਦਣੇ ਨੇ, ਲੈਣੇ ਨੇ, ਅਤੇ ਉਹਦੇ ਅੰਦਰ ਚਾਹਤ ਪੈਦਾ ਹੋ ਗਈ। ਉਹਨੂੰ ਜਦੋਂ ਪਤਾ ਲੱਗਦਾ ਭਾਈ ਇਹਦੇ ਵਾਸਤੇ ਦੌੜ ਭੱਜ ਨਹੀਂ ਕਰਨੀ ਪੈਂਦੀ, ਇਹਦੇ ਵਾਸਤੇ ਇੱਕ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਤੋਂ ਵੀ ਹਾਂ ਵੀ ਮੈਨੂੰ ਉੱਥੋਂ ਸੌਦਾ ਮਿਲ ਜਾਣਾ, ਅਤੇ ਜਿੱਥੇ ਵੀ ਆ ਉੱਥੇ ਟੇਕ ਕੇ ਬਹਿ ਜਾ, ਮਨ ਦਾ ਟਿਕਾ ਕਰ ਲਾ। ਸੌਦਾ ਤੇਰੇ ਅੰਦਰ ਹੈ, ਸੌਦਾ ਇੱਕ ਤਾਂ ਹੱਟ, ਉਹ ਹੱਟ ਤੇਰੇ ਅੰਦਰ ਹੀ ਹੈ ਜਿੱਥੋਂ ਸੌਦਾ ਪ੍ਰਾਪਤ ਹੋਣਾ। ਪਰ ਦੇਖ ਤਾਂ ਲਾ ਪਹਿਲੋਂ ਕਿੰਨੀ ਕੁ ਦੂਰ 'ਤੇ ਜਾਂਦਾ ਅੰਦਰ, ਵੀ ਤੇਰੇ ਤੋਂ ਬਾਹਲਾ ਦੂਰ ਤਾਂ ਨਹੀਂ ਹੱਟ, ਉਹ ਦੇਖ ਤਾਂ ਲੈ। ਤੁਰਦਾ ਹੀ ਨਹੀਂ, ਜਾਂਦਾ ਹੀ ਨਹੀਂ ਉੱਧਰ ਨੂੰ। ਇਹਦਾ ਇਵੇਂ ਕੋਈ ਘਰ 'ਚ ਫੜਾ ਜਾਵੇ, ਨਹੀਂ ਇਹ ਸੌਦਾ ਐਸਾ ਤੈਨੂੰ ਪਹਿਲੋਂ ਆਪ ਪੈਂਡਾ ਕਰਨਾ ਪੈਣਾ, ਚੱਲ ਕੇ ਜਾਣਾ ਪੈਣਾ, ਦੇਖਣਾ ਪੈਣਾ, ਫੇਰ ਹੀ ਪਤਾ ਲੱਗਣਾ ਵੀ ਮੈਨੂੰ ਖਰੀਦ ਵੀ ਸਕਦਾ ਕਿ ਨਹੀਂ, ਮੇਰੇ ਬੋਝੇ 'ਚੋਂ ਸ਼ਰਧਾ ਦੀ ਪੂੰਜੀ ਹੈ ਜਾਂ ਨਹੀਂ, ਫੇਰ ਹੀ ਪਤਾ ਲੱਗਣਾ। ਪਰ ਕਿੱਥੇ ਦੇਖਣੇ ਨਹੀਂ ਜਾਂਦੇ। ਕਹਿੰਦੇ ਸੰਗਤ ਆ ਸਾਧ ਸੰਗਤ ਹੈ, ਸੰਤ ਸਮਾਗਮ ਨੇ, ਮਿਲ ਸਾਧ ਸਮਾਗੈ, ਮਨ ਤਨ ਪ੍ਰਭ ਰਾਧੇ ਬਾਰੇ ਕਹਿੰਦੇ। ਸੋ ਇਹ ਮਨ 'ਚ ਚਾਹ ਪੈਦਾ ਹੁੰਦਾ ਉਹ ਦੇਖਣ ਵਾਸਤੇ, ਭਾਵੇਂ ਚਲੋ ਮਨ ਨਹੀਂ ਲੱਗਦਾ, ਦੇਖਣ ਤਾਂ ਆ ਜਾਂਦੇ, ਮਨ ਨਹੀਂ ਲੱਗਦਾ ਸੰਗਤ ਵਿੱਚ, ਚਲੋ ਦੇਖੀਏ, ਦੇਖਣ ਤਾਂ ਜਿਹੜੇ ਦੇਖਾਂਗੇ ਤਾਂ ਫਿਰ ਲੈਣ ਵਾਸਤੇ ਮਨ ਬਣੇਗਾ। ਅੱਗੇ ਕਹਿੰਦੇ ਨੇ ਨਾ ਕੋ ਚਾਖੈ ਨਾ ਕੋਏ ਖਾਏ। ਚਲੋ ਜੇ ਦੇਖਣ ਦਾ ਮੌਕਾ ਮਿਲ ਗਿਆ ਵੀ ਹੁਣ ਆਇਆ ਐਡੀ ਦੂਰ ਪੈਂਡਾ ਕਰਕੇ, ਇਹਨੂੰ ਚੱਖ ਵੀ ਲਿਆ, ਮਾੜਾ ਜਿਹਾ ਸਵਾਦ ਤਾਂ ਦੇਖ ਲਾ। ਕੋਈ ਚੀਜ਼ ਲੈਣੀ ਹੈ ਇਹਨੂੰ ਚੱਖਦੇ ਹੈ ਵੀ ਠੀਕ ਹੈ। ਜਦੋਂ ਚੱਖ ਲਈ ਹੈ ਨਾ ਅਤੇ ਇਹਦੀ ਗਰੰਟੀ ਹੈ ਵੀ ਇਹਦੇ ਵਰਗਾ ਨਾਮ ਜੋ ਜਿੱਦਾਂ ਦਾ ਨਾਮ ਸਵਾਦੀ ਹੈ, ਮਿੱਠਾ, ਇੱਦਾਂ ਦਾ ਕੋਈ ਹੋ ਹੀ ਨਹੀਂ ਸਕਦਾ, ਗਰੰਟੀ ਹੈ। ਚੱਖਦਾ ਹੀ ਨਹੀਂ, ਮਾੜਾ ਜਿਹਾ ਚੱਖਦਾ ਸਹੀ, ਆਪੇ ਤੂੰ ਹੀ ਕਹਿ ਦੇਣਾ ਮਨ ਹਰ ਰਸ ਸਭ ਤੇ ਮੀਠਾ ਜਿਉ, ਅਵਰ ਸਾਧ ਸਗਲੇ ਚੱਖ ਦੇਖੇ ਗਣ। ਬਾਕੀ ਸਾਰੇ ਸਵਾਦ ਚੱਖ ਚੱਖ ਕੇ ਦੇਖ ਲੈ, ਪਰ ਜੋ ਸਵਾਦ ਮੈਨੂੰ ਬਾਣੀ 'ਚੋਂ ਨਾਮ 'ਚੋਂ ਆ ਕਹਿੰਦੇ ਕਿਤੇ ਵੀ ਨਹੀਂ ਆਇਆ। ਜਿਹਨੇ ਚੱਖ ਲਿਆ ਉਹ ਨਹੀਂ ਛੱਡਦਾ, ਉਹ ਨਹੀਂ ਛੱਡਦਾ, ਉਹ ਤਾਂ ਫਿਰ ਉਹਨੂੰ ਲਵੇਗਾ ਹੀ ਲਵੇਗਾ ਕਹਿੰਦੇ। ਪਰ ਚੱਖਦੇ ਹੀ ਨਹੀਂ ਕਹਿੰਦੇ, ਨਾ ਕੋਈ ਚੱਖਦਾ ਨਾ ਕੋਈ ਖਾਂਦਾ। ਚਖੇ ਤਾਂ ਖਾਵੇ। ਲੋਕ ਪਤੀਣ ਨਾ ਪਤ ਹੋਏ। ਲੋਕਾਂ ਨੂੰ ਜਿੰਨਾ ਮਰਜ਼ੀ ਸੈਟੀਸਫਾਈ ਕਰੀ ਜਾ, ਇਹ 'ਚ ਤੇਰੀ ਇੱਜ਼ਤ ਬਣ ਜਾਊ। ਲੋਕਾਂ ਨੂੰ ਸੈਟੀਸਫਾਈ ਕਰਨ ਦੀ ਲੋੜ ਨਹੀਂ ਹੁੰਦੀ। ਜਿਹੜੇ ਲੋਕ ਚੰਗਾ ਕਹਿੰਦੇ ਨੇ ਉਹੀ ਮਾੜਾ ਕਹਿਣ ਲੱਗ ਪੈਂਦੇ, ਜਿਹੜੇ ਮਾੜਾ ਕਹਿੰਦੇ ਨੇ ਉਹੀ ਚੰਗਾ ਕਹਿਣ ਲੱਗ ਪੈਂਦੇ ਨੇ। ਸੋ ਜਿਹੜੀ ਗੁਰੂ ਦੇ ਨਾਲ ਰੱਖ ਰਾਬਤਾ, ਬਸ ਗੁਰੂ ਦੀ ਨਿਗਾਹ 'ਚ ਚੰਗਾ ਰਹਿਣਾ, ਗੁਰੂ ਦੀ ਖੁਸ਼ੀ ਲੈਣੀ ਹੈ, ਇਹਦੇ ਨਾਲ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਲੋਕਾਂ ਦੁਆਲੇ ਟਾਈਮ ਨਾ ਬਰਬਾਦ ਕਰ ਕਹਿੰਦੇ ਨਾ ਪਤ ਹੋਏ, ਨਾ ਇੱਥੇ ਪਤ ਨਾ ਦਰਗਾਹ ਦੇ ਵਿੱਚ ਪਤ। ਜੇ ਲੋਕਾਂ ਦੁਆਲੇ ਲੱਗਣਾ ਪਿਆ ਮੇਰੀ ਇੱਜ਼ਤ ਕਰਨ, ਵੀ ਮੈਂ ਲੋਕਾਂ 'ਚ ਚੰਗਾ ਬਣ ਜਾਵਾਂ, ਪਰਿਵਾਰ ਮੈਨੂੰ ਚੰਗਾ ਕਹੇ, ਰਿਸ਼ਤੇਦਾਰ ਚੰਗੇ ਕਹਿਣਾ, ਜਿਹੜਾ ਲੈਣ ਦੇਣ ਦਾ ਵਿਹਾਰ ਹੈ ਕੀ ਸਿਸਟਮ ਹੈ, ਆਹ ਹੀ ਹੈ। ਨੱਕ ਨਹੀਂ ਰਹਿੰਦੀ ਜੀ, ਇੱਜ਼ਤ ਨਹੀਂ ਰਹਿੰਦੀ ਜੀ। ਸੋ ਇਹ ਇੱਜ਼ਤ ਰੱਖਣੇ ਵਾਲੇ ਨੇ, ਇਹਨਾਂ ਦੀ ਤਾਂ ਆਪਣੀ ਇੱਜ਼ਤ ਹੈ ਨਹੀਂ। ਜਿਨ੍ਹਾਂ ਦੇ ਵਿੱਚ ਤੂੰ ਨੱਕ ਰਖਾਉਣਾ ਇਹਨਾਂ ਦੀ ਤਾਂ ਆਪਣੀ ਇੱਜ਼ਤ ਨਹੀਂ ਰਹਿਣੀ, ਰੁਲਣੀ ਆ ਪੱਤ ਇਹਨਾਂ ਦੀ ਜਦੋਂ ਲੇਖੇ ਹੋਣੇ ਨੇ। ਜੇ ਗੁਰੂ ਦੇ ਨਾਲ ਤੇਰੀ ਗੰਢੀ ਹੋਵੇਗੀ ਨਾ, ਤੂੰ ਆਪਣੀ ਇੱਜ਼ਤ ਵੀ ਰੱਖੇਗਾ ਅਤੇ ਹੋਰ ਵੀ ਕਈਆਂ ਦੀ ਰੱਖ ਸਕਦਾ, ਜੇ ਗੁਰੂ ਦੇ ਨਾਲ ਗੰਢੀ ਹੋਵੇਗੀ। ਹਜ਼ੂਰ ਕਹਿੰਦੇ ਜੈ ਦੇਖਾ ਤੇਰੇ ਆਸ ਮਾਏ। ਮਹਾਰਾਜ ਕਹਿੰਦੇ ਮੈਂ ਤਾਂ ਜਿੱਥੇ ਦੇਖਦਾ ਉੱਥੇ ਮੈਨੂੰ ਉਹ ਸਮਾਇਆ ਹੋਇਆ ਦਿਸਦਾ। ਇਹ ਗੁਰੂ ਦੀ ਅੱਖ ਹੈ, ਗੁਰੂ ਦੀ ਸੋਚ ਹੈ। ਜਿਨ੍ਹਾਂ ਦੇ ਅੰਦਰ ਬਾਣੀ ਦਾ ਵਾਸਾ ਹੁੰਦਾ ਉਹਨਾਂ ਦੀ ਵਿਰਤੀ ਬਣ ਜਾਂਦੀ। ਤੁਧ ਬਿਨ ਦੂਜੀ ਨਾਹੀਂ ਜਾਏ। ਕੋਈ ਜਗ੍ਹਾ ਹੀ ਐਸੀ ਨਹੀਂ ਹੈ ਜਿੱਥੇ ਤੂੰ ਮੌਜੂਦ ਨਹੀਂ ਹੈ। ਤੇਰੇ ਤੋਂ ਬਿਨਾਂ, ਤੇਰੀ ਹੋਂਦ ਤੋਂ ਬਿਨਾਂ ਕੋਈ ਜਗ੍ਹਾ ਹੈ ਨਹੀਂ ਹੋਰ ਕੋਈ। ਕਹਿੰਦੇ ਜੇ ਕੋ ਕਰੇ ਕੀਤਾ ਕਿਆ ਹੋਏ, ਜਿਸਨੂੰ ਬਖਸ਼ੇ ਸਾਚਾ ਸੋਏ। ਜੇ ਮੈਂ ਆਪਣੇ ਮਨ ਹੱਠ ਕਰਕੇ ਕਹਾਂ ਵੀ ਮੈਂ ਲਿਖੇ ਲੁਖੇ ਖਤਮ ਕਰ ਲਵਾਂ, ਤੇਰੇ ਕੀਤਿਆਂ ਕੀ ਹੋਣਾ। ਕਹਿੰਦੇ ਕੁਛ ਨਹੀਂ ਕਰ ਸਕਦਾ।
ਜੇ ਤੂੰ ਤਾਂ ਆਪਣੀ ਮਨਮਰਜ਼ੀ ਦੇ ਨਾਲ ਸੰਸਾਰਕ ਦਾਤ ਵੀ ਪ੍ਰਾਪਤ ਨਹੀਂ ਕਰ ਸਕਦਾ, ਤੇਰੇ ਸਾਹਮਣੇ ਹੈ। ਚਲੋ ਨਾਮ ਤਾਂ ਦਿਸਦਾ ਨਹੀਂ, ਰੱਬ ਤਾਂ ਦਿਸਦਾ ਨਹੀਂ, ਉਹਨੂੰ ਪ੍ਰਾਪਤ ਕਰਨਾ ਤਾਂ ਕੋਈ ਖੇਡ ਹੀ ਅਗੰਮੀ ਹੈ। ਅਤੇ ਸੰਸਾਰਕ ਦਾਤਾਂ ਤੇਰੇ ਸਾਹਮਣੇ ਹੁੰਦੀਆਂ, ਤੂੰ ਰੋਜ਼ ਦੀ ਉੱਥੋਂ ਦੀ ਲੰਘਦਾ, ਰੋਜ਼ ਦੇਖਦਾ, ਤੂੰ ਨਹੀਂ ਲੈ ਸਕਦਾ। ਕਹਿੰਦੇ ਤੇਰੇ ਕੀਤੇ ਕਿਆ ਕੀ ਹੋਣਾ, ਕਹਿੰਦੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸੋ ਜਿੰਨੇ ਮਰਜ਼ੀ ਕੋਈ ਛਾਲਾਂ ਮਾਰੀ ਜਾਵੇ, ਜੋ ਕਰਤੇ ਨੇ ਕਰਨਾ ਉਹੀ ਹੋਣਾ ਹੁੰਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਕੋ ਕਰੇ, ਜੇ ਕੋ ਕਰਨਾ ਚਾਹੇ, ਕੀਤਾ ਕਿਆ ਹੋਏ। ਇਸ ਦੇ ਕਰਨ ਦੇ ਨਾਲ ਕੀ ਹੋਵੇਗਾ? ਨਹੀਂ ਹੋਵੇਗਾ। ਇਹਦਾ ਤਾਂ ਸਾਰੇ ਭਾਗਾਂ ਵਾਲੇ ਬਣ ਜਾਣ। ਕੋਈ ਚਾਹੁੰਦਾ ਮੈਨੂੰ ਦੁੱਖ ਆਵੇ, ਕੋਈ ਚਾਹੁੰਦਾ ਮੈਂ ਭਾਗਾ ਹੋਵਾਂ, ਹਾਂਜੀ, ਕੋਈ ਚਾਹੁੰਦਾ ਮੇਰੀ ਬੇਇੱਜ਼ਤੀ ਹੋਵੇ। ਸਾਰੇ ਮਾਣ ਚਾਹੁੰਦੇ ਨੇ, ਸੁੱਖ ਸਭਨਾਂ ਨੂੰ ਚੰਗਾ ਲੱਗਦਾ, ਪਰ ਇਹਦੇ ਕੀਤਿਆਂ ਕੁਝ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਲੇਖੇ ਨਹੀਂ ਇੱਦਾਂ ਖਤਮ ਹੋ ਸਕਦੇ। ਉਹਦੇ ਵਿੱਚ ਗੁਰੂ ਬਹਿੰਦਾ ਹੈ, ਗੁਰੂ ਦੀ ਕਿਰਪਾ ਹੁੰਦੀ, ਫੇਰ ਲੇਖੇ ਮੁੱਕਦੇ ਨੇ। ਗੁਰੂ ਕਿਰਪਾ ਕਰਦਾ, ਫੇਰ ਕਿਤੇ ਜਾ ਕੇ ਰੱਬ ਦੇ ਮਾਰਗ 'ਤੇ ਤੁਰਿਆ ਜਾ ਸਕਦਾ। ਮਾਰਗ ਬੜਾ ਕਠਿਨ ਹੈ, ਪਰ ਲੱਭਦਾ ਹੀ ਨਹੀਂ। ਜੇ ਲੱਭ ਪਵੇ ਤਾਂ ਹਿੰਮਤ ਨਹੀਂ ਪੈਂਦੀ ਤੁਰਨ ਦੀ। ਕਹਿਣਾ ਤਾਂ ਬੜੀ ਬਰੀਕ ਪਗਡੰਡੀ ਹੈ, ਖੰਨਿਓ ਤਿੱਖੀ ਵਾਲੋਂ ਨਿੱਖੀ, ਇਹਦੇ ਤਾਂ ਕੀੜੀ ਨਹੀਂ ਚੱਲ ਸਕਦੀ, ਮੈਂ ਕਿੱਦਾਂ ਚਲਾਂਗਾ। ਹਿੰਮਤ ਹੀ ਨਹੀਂ ਕਰਦਾ, ਹਿੰਮਤ ਹੀ ਨਹੀਂ ਕਰਦਾ ਕਿ ਮੈਂ ਇਸ ਮਾਰਗ 'ਤੇ ਤੁਰ ਪਵਾਂ। ਪਰ ਇਹ ਬਰੀਕ ਮਾਰਗ ਉਹਨਾਂ ਨੂੰ ਦਿਸਦਾ, ਸੋ ਜਿਨ੍ਹਾਂ ਨੇ ਮਿਹਨਤਾਂ ਮਸ਼ੱਕਤਾਂ ਨਹੀਂ ਕੀਤੀਆਂ, ਜਿਨ੍ਹਾਂ ਨੇ ਮਿਹਨਤਾਂ ਮਸ਼ੱਕਤਾਂ ਕੀਤੀਆਂ ਹੁੰਦੀਆਂ, ਉਹ ਕਹਿੰਦੇ ਇਹਦੇ ਵਰਗਾ ਮਾਰਗ ਹੀ ਕੋਈ ਖੁੱਲ੍ਹਾ ਚੌੜਾ ਨਹੀਂ। ਕਹਿੰਦੇ ਇਹ ਤਾਂ ਗਾਡੀ ਰਾਹ ਆ, ਪੱਧਰਾ, ਸਾਫ ਸੁਥਰਾ, ਖੁੱਲ੍ਹਾ। ਜੇ ਹੁਣ ਇਸ ਰਾਸਤੇ 'ਤੇ ਮੇਰਾ ਸਾਰਾ ਪਰਿਵਾਰ ਚੱਲ ਸਕਦਾ, ਸੰਗੀ ਸਾਥੀ ਚੱਲ ਸਕਦੇ ਨੇ, ਫੇਰ ਭਾਈ ਬਰੀਕ ਕਿਵੇਂ ਹੋ ਗਿਆ, ਫੇਰ ਇਹੋ ਤੰਗ ਕਿਵੇਂ ਹੋ ਗਿਆ। ਇਹ ਤਾਂ ਫਿਰ ਆਪੋ ਆਪਣੀ ਅਵਸਥਾ ਦੇ ਮੁਤਾਬਿਕ ਹੈ। ਕਿਸੇ ਵਾਸਤੇ ਰੱਬ ਦਾ ਮਾਰਗ ਜਿਹੜਾ ਬਰੀਕ ਹੈ, ਕਿਸੇ ਵਾਸਤੇ ਬੜਾ ਖੁੱਲ੍ਹਾ ਆ। ਕਿਸੇ ਵਾਸਤੇ ਮੁਕਤ ਦਾ ਦੁਆਰਾ ਜਿਹੜਾ ਬਹੁਤ ਖੁੱਲ੍ਹਾ ਮੋਕਲਾ ਹੋ ਗਿਆ, ਮੁਕਤ ਦੁਆਰਾ ਮੋਕਲਾ ਹੋ ਗਿਆ। ਕਿਸੇ ਵਾਸਤੇ ਮੁਕਤ ਦਾ ਦੁਆਰਾ ਸੌਂਕੜਾ ਹੋ ਗਿਆ। ਰਾਈ ਦਸਵੇਂ ਭਾਏ, ਇਹ ਤਾਂ ਅਵਸਥਾ ਦੀ ਗੱਲ ਹੈ, ਜਿੱਦਾਂ ਦੀ ਕਿਸੇ ਦੀ ਅਵਸਥਾ ਹੈ। ਸੋ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੇ ਕੀਤਿਆਂ ਕੁਝ ਨਹੀਂ ਹੋਣਾ, ਕਿਰਪਾ ਕਰ, ਤੂੰ ਹੀ ਬਖਸ਼ਿਸ਼ ਕਰ। ਹੁਣ ਜਿਸ ਨੂੰ ਬਖਸ਼ੇ ਸੱਚਾ ਸੋਏ, ਜਿਸ ਨੂੰ ਉਹ ਬਖਸ਼ਦਾ ਸੱਚਾ, ਉਹੀ ਪ੍ਰਾਪਤ ਕਰ ਸਕਦਾ। ਹੁਣ ਉੱਠ ਚੱਲਣਾ ਮੋਹਤ ਕੇ ਤਾਲ, ਕਿਆ ਮੋਹ ਦੇਸਾ ਗੁਣ ਨਹੀਂ ਨਾਲ। ਇੱਥੋਂ ਉੱਠ ਕੇ ਜਾਣਾ ਕਦੋਂ? ਕਹਿੰਦੇ ਹੁਣੇ ਹੀ। ਫਿਰ ਵੀ ਕੋਈ ਟਾਈਮ ਤਾਂ ਹੋਵੇਗਾ ਹੀ। ਕਹਿੰਦੇ ਘੜੀ ਕਿਹਦਾ ਟਾਈਮ ਹੈ? ਮੋਹਤ ਘੜੀ, ਅੱਧੀ ਘੜੀ ਬਸ। ਫਿਰ ਇਹਦਾ ਟਾਈਮ ਬੜਾ ਘੱਟ ਆ। ਕਹਿੰਦੇ ਕਿ ਤਾਲ, ਮਹਾਰਾਜ ਕਹਿੰਦੇ ਤਾਲ, ਤਾੜੀ ਮਾਰ ਦੋ ਬਸ, ਇੰਨਾ ਕੁ ਟਾਈਮ। ਹੁਣ ਤਾੜੀ ਨੂੰ ਕਿੰਨਾ ਕੁ ਟਾਈਮ ਲੱਗਦਾ? ਮੋਹਤ ਕੇ ਤਾਲ, ਸੋ ਇੰਨਾ ਕੁ ਟਾਈਮ ਆ। ਹੁਣ ਜਦੋਂ ਸਾਹ ਨਿਕਲਦਾ, ਕਈਆਂ ਨੂੰ ਤਾਂ ਕਈ ਮਹੀਨੇ ਰੜਕ ਹੁੰਦੇ, ਕਈਆਂ ਨੂੰ ਵੀ ਘੜੀ ਦੋ ਘੜੀ ਟਾਈਮ ਲੱਗਦਾ, ਕਈਆਂ ਨੂੰ ਤਾੜੀ ਜਿੰਨਾ ਵੀ ਨਹੀਂ ਟਾਈਮ ਲੱਗਦਾ। ਕਹਿੰਦੇ ਹੁਣ ਉੱਠ ਚੱਲਣਾ, ਇੱਥੋਂ ਉੱਠ ਕੇ ਚੱਲਣਾ ਆ। ਅਗਲਾ ਮਾਰਗ, ਅਗਲਾ ਪਿੰਡ ਆ, ਉੱਥੇ ਕਿਹੜਾ ਫਿਰ ਆਹ ਮੌਸਮ ਖਰਾਬ ਹੋ ਤਾਂ ਚੱਲਿਆ ਨਹੀਂ ਜਾਣਾ, ਕੋਈ ਰੁੱਤ ਬਦਲਦੀ ਹੈ। ਉੱਥੇ ਸਾਰਾ ਸਦਾ ਬਹਾਰ ਹੀ ਹੈ, ਇੱਕੋ ਜਿਹੀ ਰੁੱਤ ਰਹਿੰਦੀ ਉਸ ਪਰ ਲੋਕ ਦੇ ਪਿੰਡ ਦੇ ਉੱਤੇ। ਕਹਿੰਦੇ ਸੋ ਹੁਣੇ ਉੱਠ ਕੇ ਚੱਲਣਾ, ਮੋਹਤ ਕੇ ਤਾ, ਸਮਾਂ ਥੋੜ੍ਹਾ ਹੀ ਆ। ਕਹਿੰਦੇ ਸੋ ਇਸ ਕਰਕੇ ਤੇ ਇੱਧਰ ਨੂੰ ਥੋੜ੍ਹਾ ਧਿਆਨ ਦੇ। ਕਹਿੰਦੇ ਪਾਤਸ਼ਾਹ ਕਹਿੰਦੇ ਨੇ ਕਿਆ ਮੋਹ ਦੇਸਾ ਗੁਣ ਨਹੀਂ ਨਾਲ। ਜੇ ਤੇਰੇ ਕੋਲ ਗੁਣ ਨਾ ਹੋਵੇ ਤਾਂ ਤੇ ਕੀ ਮੂੰਹ ਦੇਵੇਗਾ? ਕਿਆ ਮੁਖ ਲੈ ਕੇ ਜਾਏਗਾ? ਜੈਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ। ਜਿੱਦਾਂ ਦੀ ਇਹਦੇ 'ਤੇ ਨਜ਼ਰ ਹੁੰਦੀ ਹੈ, ਉੱਦਾਂ ਦਾ ਹੀ ਹੋ ਜਾਂਦਾ ਹੈ। ਬਿਨਾਂ ਨਜ਼ਰ ਤੋਂ ਨਹੀਂ ਕੁਝ ਵੀ ਪ੍ਰਾਪਤ ਹੁੰਦਾ। ਹੁਣ ਜਿੱਦਾਂ ਦੀ ਇਸ ਦੀ ਆਪਣੀ ਸੋਚ ਹੋ ਜਾਂਦੀ ਹੈ, ਉੱਦਾਂ ਦਾ ਇਹ ਹੋ ਜਾਂਦਾ ਹੈ। ਜੈਸੀ ਨਦਰ ਕਰੇ ਤੈਸਾ ਹੋਏ। ਇੱਥੇ ਨਜ਼ਰ ਤੋਂ ਬਾਅਦ ਸੋਚ, ਜਿੱਦਾਂ ਦੀ ਇਹਦੀ ਆਪਣੀ ਸੋਚ ਹੋ ਗਈ, ਉੱਦਾਂ ਦਾ ਇਹ ਬਣ ਜਾਂਦਾ। ਸੰਸਾਰ ਵਿੱਚ ਰਹਿੰਦਿਆਂ ਸੋਚਦਾ ਕੀ ਹੈ? ਜੋ ਸੋਚਦਾ ਉੱਦਾਂ ਦਾ ਬਣ ਜਾਵੇਗਾ। ਕਹਿੰਦੇ ਵਿਣ ਨਦਰੀ ਨਾਨਕ ਨਹੀਂ ਕੋਏ।
ਉਸ ਦੀ ਮਿਹਰ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਕਹਿੰਦੇ। ਸੋ ਸੋਚ ਤਾਂ ਸਾਰੇ ਹੀ ਸੋਚ ਲੈਂਦੇ ਨੇ ਨਾ ਵੀ ਮੈਂ ਚੰਗਾ ਹੋਵਾਂ, ਮੇਰਾ ਲੇਖਾ ਨਾ ਰਹੇ, ਪਰ ਉਹਦੀ ਮਿਹਰ ਤੋਂ ਬਿਨਾਂ ਲੇਖੇ ਕਿੱਦਾਂ ਮੁੱਕਣ? ਉਹਦੀ ਮਿਹਰ ਹੁੰਦੀ ਫੇਰ ਲੇਖੇ ਮੁੱਕਦੇ ਨੇ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਰਨ, ਉਪਦੇਸ਼ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਏ। ਮਨ ਵਿਗੜਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਣਾ। ਸਭ ਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ। ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਕਰ ਵਟਾਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਂਝੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰਿ ਕੇ ਲਾਗੇ। ਕਹਿ ਨਾਨਕ ਤੈਸ ਹੋਆ, ਤਿਤ ਕਰ ਅਨਹਦ ਵਾਜੇ। ਹਨ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ, ਕਹਿ ਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ तुम मात पिता हम बारक तेरे। तुमरी कृपा में सुख कनेरे। जाने तुम रयन ऊंचे ते ऊंचा भगवंत। समगरी तुमरे सूत्र तारी, ते होए सुआज्ञाकारी। मित तुम ही जानी, नानक दास सदा कुर्बानी। बोलो जी वाहिगुरू। अरदास वाहिगुरू जी की फतेह। श्री गुरु जी की सुनाई। श्री गुरु जी की पातशाह दसवीं बंद मुगती सभी का गुरु नानक नहीं ध्याए। फिर अंदर गुरु अरदास रामदास साहब आजन हर गोविंद नो शिवराव। श्री महाराज श्री हरि परिषद के आइए साध विचार देव बहादुर सिमया फरमान दिया बताए सत्ताएं चलाए। दसवें पातशाह जी श्री गुरु गोबिंद सिंह साहिब जी महाराज सत्ताएं चलाए। दसां पातशाहियां की जोत श्री गुरु ग्रंथ साहिब जी के पाठ की गाथा ध्यान कर खालसा जी। बोलो जी वाहिगुरू। पंजाब प्यारियां चौं साहिबजादियां 40 अमृतियां अठियां जपियां कुड़ियां सिर भगवाना जिन्हां तेरा नाम जपिया वट छकिया। देव जलाई ते गवाही दे के अंडर कीता, तिन्हां प्यारियां सत्यारियां की कमाई का ध्यान कर खालसा जी। बोलो जी वाहिगुरू। जिन्हां ਸਿੰਘਾਂ ਸਿੰਘਣੀਆਂ ਧਰਮ ਦੇ ਸੀ ਤੇ ਮਨ ਦਵਾਏ ਖੂਬੀਆਂ ਬਣਾਈਆਂ ਚੱਕਰੀਆਂ ਚੱਕਰੀਆਂ ਬਣਾਇਆ ਮਾਰ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਿੱਧੀ ਸੰਤ ਸਵਾਸਾਂ ਨਾਲ ਤੇ ਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਲੜਕਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਸਰਬੱਤ ਖਾਲਸਾ
ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵਨ ਕਰ ਸਰਬ ਸੁਖ ਹੋਵੇ ਜਾ ਜਾ ਖਾਲਸਾ ਜੀ ਸਾਹਿਬ ਦੇਖ ਦੇਖ ਤੇ ਬਿਰਦ ਕੀ ਪੈਜ ਜੀ ਸਹਿਬ ਸਮਾਇ ਖਾਲਸਾ ਜੀ ਕੋ ਬੋਲੋ ਜੀ ਵਾਹਿਗੁਰੂ ਚੌਕੀਆਂ ਝੰਡੇ ਮੁੰਗੇ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਜੀ ਮਤ ਪਤ ਕੇ ਰੱਖੀ ਇਹ ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਦਰਬਾਰ ਮੇਰ ਕਿਰਪਾ ਕਰੀਆਂ ਬਰਕਤ ਦੇ ਜੀ ਬਾਤ ਸਜੇ ਤੇ ਤਨੇਮ ਦੀਆਂ ਬਾਣੀਆਂ ਦੇ ਜਾਪ ਆਸ਼ਾ ਜੀ ਦੀ ਵਾਰ ਦੀ ਕੀਰਤਨ ਸ਼ਬਦ ਜਾਪ ਆਨੰਦ ਸਾਹਿਬ ਲਾਜਕਾਂ ਦੀ ਹਿਮਾ ਕਰਨੀ ਬਾਣੀ ਦਾ ਮਹੱਤਵ ਸਦਕਾਂ ਨੂੰ ਬਖਸ਼ਣਾ ਤਿਲ ਬਲ ਹਾਜ਼ਰ ਦਰ ਪ੍ਰਵਾਨ ਦਰਬਾਰ ਸੌਦਾ ਦੀਆਂ ਨੂੰ ਪਾਉਂ ਸਾਥ ਬਖਸ਼ੀਆਂ ਦਾ ਬੜਾ ਪ੍ਰਸ਼ਾਦੀਆਂ ਦੀ ਗਰੀਬ ਕਾਬ ਸਭ ਰੱਖਣਾ ਸੀਲ ਪ੍ਰਸ਼ਾਦ ਸਦਕਾ ਜਵਰ ਤੇ ਛਕਿਆ ਆਪਣਾ ਨਾਮ ਜਪੇ ਭਾਵਨ ਹੁਕਮ ਬਖਸ਼ੋ ਸੰਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਬਰਣੀ ਸੁਣਾਉਂਦੇ ਨਾਮ ਜਿਤੇ ਆਪ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਪੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਲੇ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋਤਰੇ ਪਾਰ ਗੁਰੂ ਪਾਰ ਉਤਾਰਨ ਹਾਰ ਕਲਗੀ ਸੋਏ ਸੀਸ ਗੁਰੂ ਕਲਗੀ ਤਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ। ਸੋ ਕਾਹੂ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸ਼ਲੋਕ ਮਹੱਲਾ ਪਹਿਲਾ। ਦੋਏ ਦੀਵੇ 14 ਹਟ ਨਾਲੇ। ਦੋਏ ਦੀਵੇ 14 ਹਟ ਨਾਲੇ। ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹਟ ਹੁਆ ਵਾਪਾਰ। ਜੋ ਪਹੁੰਚੈ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨੀਸਾਨ। ਨਾਨਕ ਨਾਮ ਲਹਾ ਪਰਵਾਨ। ਘਰ ਆਏ ਵਜੀ ਵਧਾਈ। ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ। ਦੇਹੁ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ। ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਨਾਨਕ ਨਦਰੀ ਬਾਹਰੇ ਕਬ ਹੈ ਨਾ ਪਾਵਹਿ ਮਾਨ। ਪੌੜੀ।
ਕਾਇਆ ਕੋਟ ਰਚਾਇਆ ਹਰ ਸੱਚੈ ਆਪੇ। ਇੱਕ ਦੂਜੈ ਭਾਏ ਖੁਆਇਆ ਨ ਹਉ ਮੈਂ ਵਿੱਚ ਵਿਆਪੇ। ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ। ਜਿਸ ਆਪ ਬੁਝਾਇ ਸੋ ਬੁਝਸੀ ਜਿਸ ਸਤਿਗੁਰ ਥਾਪੇ। ਸਭ ਜਗ ਖੇਲ ਰਚਾਇਓ ਨ ਸਭ ਵਰਤੈ ਆਪੇ। ਸਭ ਜਗ ਖੇਲ ਰਚਾਇਓ ਨ ਸਭ ਵਰਤੈ ਆਪੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਗੁਰੂ ਵਾਹਿਗੁਰੂ ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।